ਧੰਨ ਵਾਹਿਗੁਰੂ ਜੀਓ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਿਤਾ ਗੰਗਾ ਹੋਏ ਨਿਬਰੀ। ਬਿਗਰਿਓ ਕਬੀਰਾ RAM ਦੁਹਾਈ, ਸਾਚ ਭਇਓ ਅਨ ਕਤਹਿ ਨਾ ਜਾਈ। ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਹਜ਼ੂਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਨੇ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਆਪਾਂ ਸਭਨਾਂ ਨੂੰ ਹੀ ਸਤ ਸੰਗਤ ਦਾ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਦਿਆਂ ਹੋਇਆਂ ਆਪ ਜੀ ਨੇ ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਨਾਲ ਸਾਂਝ ਬਣਾਉਣ ਦਾ ਇਹ ਉਦਮ ਅਤੇ ਯਤਨ ਗੁਰੂ ਬਖਸ਼ਿਸ਼ ਸਦਕਾ ਕੀਤਾ ਹੈ। ਇਹਨਾਂ ਦੀਵਾਨਾਂ ਦੇ ਅੰਦਰ ਭਗਤ ਕਬੀਰ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ, ਜਿਸ ਦੀ ਨਿਰੰਤਰ ਲੜੀਵਾਰ ਵਿਚਾਰ ਆਪਾਂ ਸਤਿਗੁਰੂ ਦੀ ਬਖਸ਼ੀ ਹੋਈ ਮਤ ਬੁੱਧ ਸਮਰੱਥਾ ਅਨੁਸਾਰ ਸਾਂਝਿਆਂ ਕਰਨ ਦਾ, ਸਾਂਝ ਪਾਉਣ ਦਾ ਯਤਨ ਕਰਦੇ ਹਾਂ। ਇਸੇ ਹੀ ਲੜੀ ਤਹਿਤ ਆਪ ਜੀ ਨੇ ਹੁਣੇ ਹੀ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਭੈਰੋ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1158 ਉੱਪਰ ਸੁਭਾਈਮਾਨ ਹੈ, ਦਰਜ ਹੈ, ਸਰਵਣ ਕੀਤਾ ਹੈ। ਗੁਰਬਾਣੀ ਦਾ ਇਹ ਵਾਕ ਹੈ, ਜੈਸਾ ਸੇਵੈ ਤੈਸੋ ਹੋਏ। ਕੁਦਰਤ ਦਾ ਇਹ ਨਿਯਮ ਵੀ ਹੈ, ਜਿਹੜੀ ਚੀਜ਼ ਜਿਹੜੀ ਦੂਜੀ ਵਸਤੂ ਦੇ ਸੰਪਰਕ ਵਿੱਚ ਰਹਿੰਦੀ ਹੈ, ਉਹ ਉਸ ਦੇ ਸੰਪਰਕ ਵਿੱਚ, ਰਿਲੇਸ਼ਨ ਵਿੱਚ, ਸਾਂਝ ਵਿੱਚ ਰਹਿ ਕੇ ਆਪਣੀ ਤਸਵੀਰ ਨੂੰ ਬਦਲ ਲੈਂਦੀ ਹੈ। ਬਹੁਤ ਸਾਰੇ ਐਸੇ ਪਦਾਰਥ ਹਨ
ਜਦੋਂ ਦੂਜੇ ਪਦਾਰਥ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਸੁਭਾਅ, ਉਹਨਾਂ ਦੀ ਤਸੀਰ ਬਦਲ ਜਾਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਦਾ ਰਲੇਵਾਂ ਹੋ ਜਾਏ ਤਾਂ ਇੱਕ ਨਵੀਂ ਵਸਤੂ ਦੀ ਘਾੜਤ ਘੜੀ ਜਾਂਦੀ ਹੈ, ਬਣਾਵਟ ਬਣ ਜਾਂਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਜੈਸਾ ਸੇਵੈ ਤੈਸੋ ਹੋਏ। ਮਨੁੱਖ ਦੀ ਸੁਰਤ, ਮਨੁੱਖ ਦੀ ਮੱਤ ਵੀ ਉਹੋ ਜਿਹੀ ਹੋ ਜਾਂਦੀ ਹੈ ਜਿਹੋ ਜਿਹੇ ਭਾਵ ਦੇ ਨਾਲ, ਜਿਹੋ ਜਿਹੀ ਉਪਾਸਨਾ ਦੇ ਵਿੱਚ, ਜਿਹੋ ਜਿਹੇ ਚਿੰਤਨ ਦੇ ਵਿੱਚ ਇਹ ਮਨੁੱਖ ਜੁੜ ਜਾਂਦਾ ਹੈ। ਕਿਸੇ ਚੀਜ਼ ਦਾ ਕੀਤਾ ਹੋਇਆ ਚਿੰਤਨ ਮਨੁੱਖ ਦੀ ਮਨ ਦੀ ਅਵਸਥਾ ਨੂੰ, ਉਸ ਦੀ ਸੁਰਤ ਦੇ ਪੱਧਰ ਨੂੰ ਉਹੋ ਜਿਹਾ ਹੀ ਬਣਾ ਦਿੰਦਾ ਹੈ। ਪਾਪ ਕੋਈ ਸਰੀਰ ਦੇ ਨਾਲ ਛੂਹਣ ਵਾਲੀ ਵਸਤੂ ਨਹੀਂ ਹੈ ਅਤੇ ਨਾ ਹੀ ਧਰਮ ਜਾਂ ਪੁੰਨ ਕੋਈ ਸਰੀਰ ਦੇ ਨਾਲ ਛੂਹੀ ਜਾਣ ਵਾਲੀ ਵਸਤੂ ਹੈ, ਐਸਾ ਕੋਈ ਠੋਸ ਪਦਾਰਥ ਹੈ। ਇਹ ਉਹ ਖਿਆਲ ਹਨ, ਇਹ ਉਹ ਸੰਕਲਪ ਹਨ, ਇਹ ਉਹ ਫੁਰਨੇ ਹਨ, ਇਹ ਉਹ ਚੇਤਨਾ ਹੈ, ਜਾਂ ਇਉਂ ਕਹਿ ਲਓ ਵੀ ਇਹ ਚਿੰਤਨ ਦੇ ਦੋ ਵੱਖਰੇ ਵੱਖਰੇ ਰਸਤੇ ਹਨ। ਸੁਰਤ ਵਿੱਚ, ਮਨ ਵਿੱਚ ਜਿਹੜੀ ਚੀਜ਼ ਦਾ ਚਿੰਤਨ ਚੱਲ ਪਏਗਾ, ਸੁਰਤ ਪਾਪ ਨੂੰ ਜਾਂ ਧਰਮ ਨੂੰ, ਪਾਪ ਨੂੰ ਜਾਂ ਪੁੰਨ ਨੂੰ ਉਸੇ ਰੂਪ ਵਿੱਚ ਗ੍ਰਹਿਣ ਕਰਕੇ ਉਹੋ ਜਿਹੀ ਹੋ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਖਿਆਲ ਦਾ ਪ੍ਰਗਟਾਓ ਕਰਨ ਲਈ, ਇਸੇ ਨੁਕਤੇ ਨੂੰ ਸਮਝਾਉਣ ਹਿਤ ਭਗਤ ਕਬੀਰ ਜੀ ਮਹਾਰਾਜ ਨੇ ਇਸ ਮੁਬਾਰਕ ਸ਼ਬਦ ਦੀ ਰਚਨਾ ਕੀਤੀ ਹੈ। ਇੱਕ ਤਾਂ ਇਹ ਖਿਆਲ ਸਾਨੂੰ ਦੱਸਿਆ ਵੀ ਜਿਵੇਂ ਕੁਝ ਚੀਜ਼ਾਂ ਕੁਝ ਦੂਜੀਆਂ ਚੀਜ਼ਾਂ ਦੇ ਸੰਪਰਕ ਵਿੱਚ ਆ ਕੇ ਉਸ ਦਾ ਰੂਪ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਪਰਮੇਸ਼ਰ ਦਾ ਪਿਆਰਾ, ਪਰਮੇਸ਼ਰ ਦਾ ਚੇਤਾ ਕਰਕੇ ਉਹਦੇ ਨਾਮ ਨਾਲ ਜੁੜ ਕੇ ਉਸ ਦਾ ਰੂਪ ਹੋ ਜਾਂਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾਲੀ। ਦੂਜਾ ਖਿਆਲ ਭਗਤ ਕਬੀਰ ਜੀ ਮਹਾਰਾਜ ਨੇ ਇਸ ਮੁਬਾਰਕ ਸ਼ਬਦ ਵਿੱਚ ਇਹ ਦਿੱਤਾ ਹੈ। ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਜਿਸ ਪਰਮੇਸ਼ਰ ਦੀ ਉਪਾਸਨਾ, ਬੰਦਗੀ, ਇਬਾਦਤ, ਭਗਤੀ ਤੇ ਚਿੰਤਨ ਦੇ ਨਾਲ ਮੇਰੀ ਆਤਮਿਕ ਸ਼ੁੱਧਤਾ ਹੋਈ ਹੈ, ਮੇਰੀ ਸੁਰਤ ਉਚੇਰੀ ਹੋਈ ਹੈ, ਜਿਸ ਉੱਚੀ ਸੁਰਤ ਵਿੱਚੋਂ ਮੈਂ ਕੁਝ ਬਚਨ ਕਹੇ ਹਨ, ਜਿਸ ਉੱਚੀ ਸੁਰਤ ਦੇ ਨਾਲ ਮੈਂ ਇੱਕ ਵੱਖਰਾ ਜੀਵਨ ਜੀਵਿਆ ਹੈ, ਵਿਸ਼ੇ ਵਿਕਾਰਾਂ ਤੋਂ, ਲਗ ਲਪੇਟ ਤੋਂ, ਐਬਾਂ ਤੋਂ ਮੁਕਤ ਹੋ ਕੇ, ਜਿਸ ਗਿਆਨ ਚੇਤਨਾ ਦੇ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਬਸਰ ਕੀਤਾ ਹੈ, ਗੁਜ਼ਾਰਿਆ ਹੈ, ਉਹਨੂੰ ਮਾਣਿਆ ਹੈ, ਜਿਹੜੇ ਉਸ ਪੱਧਰ ਦੇ ਉੱਤੇ ਨਹੀਂ ਪਹੁੰਚੇ, ਜਿਹੜੇ ਉਸ ਅਵਸਥਾ ਤੱਕ ਨਹੀਂ ਪਹੁੰਚ ਪਾਏ, ਉਹਨਾਂ ਨੂੰ ਲੱਗਿਆ ਕਿ ਕਬੀਰ ਜੀ ਗਲਤ ਮਾਰਗ ਦੇ ਉੱਤੇ ਤੁਰ ਰਹੇ ਨੇ। ਇਹ ਬਚਨ ਮੈਂ ਅੱਗੇ ਵੀ ਕਈ ਵਾਰ ਸਾਂਝਾ ਕੀਤਾ ਹੈ। ਇਸ ਗੱਲ ਨੂੰ ਆਪਾਂ ਸਮਝਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇਹ ਵਾਕ ਕਹੇ, ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ, ਨਾਨਕ ਬਉਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਮਹਾਰਾਜ ਕਹਿੰਦੇ ਨੇ ਵੀ ਕੋਈ ਮੈਨੂੰ ਭੂਤਨਾ ਕਹਿੰਦਾ ਹੈ, ਕੋਈ ਬੇਤਾਲਾ ਕਹਿੰਦਾ ਹੈ, ਕੋਈ ਕੁਰਾਈਆ ਕਹਿੰਦਾ ਹੈ, ਕੋਈ ਦੀਵਾਨਾ ਕਹਿੰਦਾ ਹੈ। ਕਬੀਰ ਜੀ ਮਹਾਰਾਜ ਦਾ ਵੀ ਬਚਨ ਹੈ, ਲੋਗ ਕਹੈ ਕਬੀਰ ਬਉਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ, ਜਦੋਂ ਇਹਨਾਂ ਬਚਨਾਂ ਦਾ ਭਾਵ ਅਰਥ ਥੋੜ੍ਹਾ ਜਿਹਾ ਗਹਿਰਾਈ ਦੇ ਨਾਲ ਸੋਚੀਏ ਤੇ ਮਨ ਵਿੱਚ ਕਈ ਵਾਰ ਖਿਆਲ ਪੈਦਾ ਹੁੰਦਾ ਹੈ, ਆਪਣੇ ਅੰਦਰ ਇਹ ਕਈ ਵਾਰ ਭਾਵ ਉਪਜੇਗਾ ਕਿ ਗੁਰੂ ਨਾਨਕ ਮਹਾਰਾਜ ਨੂੰ ਇਹੋ ਜਿਹੇ ਸ਼ਬਦਾਂ ਨਾਲ ਇਸ ਤਰ੍ਹਾਂ ਕਹਿਣ ਵਾਲੇ ਲੋਕ ਕਿਉਂ ਕਹਿੰਦੇ ਨੇ ਭਲਾ? ਵੀ ਇਹ ਕੋਈ ਗੱਲ ਕਹਿਣ ਵਾਲੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਰਗੀ ਮਹਾਨ ਹਸਤੀ ਨੂੰ, ਰੱਬ ਸਰੂਪ ਸਤਿਗੁਰੂ ਨੂੰ ਕੋਈ ਭੂਤ ਨਾ ਕਹੇ, ਕੋਈ ਬੇਤਾਲਾ ਕਹੇ, ਕੋਈ ਕੁਰਾਈਆ ਕਹੇ, ਕੋਈ ਦੀਵਾਨਾ ਕਹੇ। ਏਡੀ ਵੱਡੀ ਗੁਸਤਾਖੀ ਕਰਨ ਵਾਲਿਆਂ ਨੇ ਜ਼ਰਾ ਜਿੰਨਾ ਨਾ ਸੋਚਿਆ। ਇਹ ਬਚਨ ਕਹਿਣ ਵਾਲਿਆਂ ਦੇ ਅੰਦਰ ਜਰਾ ਜਿੰਨੀ ਵੀ ਹਿਚਕਿਚਾਹਟ ਜਾਂ ਝਿਜਕ ਪੈਦਾ ਨਾ ਹੋਈ ਵੀ ਅਸੀਂ ਇਹ ਕੀ ਬਚਨ ਕਹਿ ਰਹੇ ਹਾਂ, ਤੇ ਕਹਿ ਵੀ ਕਿਹਨਾਂ ਨੂੰ ਰਹੇ ਹਾਂ। ਸਧਾਰਨ ਮਨੁੱਖ ਵੀ ਜਿਹਦੇ ਅੰਦਰ ਕੋਈ ਬਹੁਤੇ ਚੰਗੇ ਗੁਣ ਨਹੀਂ ਹਨ, ਉਹਨੂੰ ਵੀ ਜਦੋਂ ਤੁਸੀਂ ਇਹੋ ਜਿਹੇ ਸ਼ਬਦ ਆਖੋਗੇ ਤਾਂ ਉਹਦੇ ਅੰਦਰ
ਦੂਜੇ ਦੇ ਪ੍ਰਤੀ ਇੱਕ ਵੱਖਰੀ ਫੀਲਿੰਗ ਪੈਦਾ ਹੋਏਗੀ। ਸੁਣਨ ਵਾਲਾ ਆਖੇਗਾ ਤੁਹਾਨੂੰ ਇਹੋ ਜਿਹੇ ਸ਼ਬਦ ਨਹੀਂ ਵਰਤਣੇ ਚਾਹੀਦੇ, ਪਰ ਕੋਈ ਗੁਰੂ ਪਾਤਸ਼ਾਹ ਵਾਸਤੇ ਇਹੋ ਜਿਹੇ ਸ਼ਬਦ ਵਰਤੇ। ਕਬੀਰ ਜੀ ਮਹਾਰਾਜ ਇੰਨੇ ਉੱਚੇ ਸੁੱਚੇ ਪਾਕ ਪਵਿੱਤਰ ਜੀਵਨ ਦੇ ਮਾਲਕ ਨੇ। ਦੁਨੀਆ ਨੂੰ ਉਹ ਸੇਧ ਬਖਸ਼ਦੇ ਨੇ, ਸੰਸਾਰ ਦਾ ਭਲਾ ਕਰਦੇ ਨੇ। ਹੁਣ ਉਹਨਾਂ ਨੂੰ ਕੋਈ ਬੌਰਾ ਕਹੇ, ਲੋਕ ਕਹੇ ਕਬੀਰ ਬੌਰਾ ਦਾ। ਕਬੀਰ ਜੀ ਖੁਦ ਕਹਿੰਦੇ ਲੋਕ ਆਂਦੇ ਨੇ ਵੀ ਕਬੀਰ ਝੱਲਾ ਹੋ ਗਿਆ। ਹੁਣ ਇਹ ਸ਼ਬਦ ਕੋਈ ਵਰਤਣ ਵਾਲਾ ਹੈ? ਜਿਨ੍ਹਾਂ ਨੇ ਵਰਤਿਆ ਭਲਾ ਕਿਉਂ ਵਰਤਿਆ ਹੋਏਗਾ? ਆਮ ਮਨੁੱਖ ਅਸੀਂ ਸਾਰੇ ਹੀ ਇਸ ਗੱਲ ਦੇ ਉੱਤੇ ਕ੍ਰੋਧਿਤ ਹੋਵਾਂਗੇ। ਸਾਡੇ ਮਨ ਅੰਦਰ ਰੰਜ ਪੈਦਾ ਹੋਏਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦੋਂ ਆਪਣੇ ਲਈ ਕੁਝ ਲੋਕਾਂ ਕੋਲੋਂ ਅਜਿਹੇ ਬਚਨ ਸੁਣੇ ਤਾਂ ਮਹਾਰਾਜ ਨੇ ਮੁਸਕਰਾ ਕੇ ਟਾਲ ਦਿੱਤਾ, ਸਗੋਂ ਅਸੀਸ ਬਖਸ਼ੀ, ਉਹਨਾਂ ਦੇ ਲਈ ਚੰਗੀ ਕਾਮਨਾ ਕੀਤੀ। ਕਬੀਰ ਜੀ ਮਹਾਰਾਜ ਨੂੰ ਐਸਾ ਕਹਿਣ ਵਾਲਿਆਂ ਨੂੰ ਕਬੀਰ ਜੀ ਮਹਾਰਾਜ ਨੇ ਕੋਈ ਅਪਸ਼ਬਦ ਮੋੜਵਾ ਨਹੀਂ ਬੋਲਿਆ, ਸਗੋਂ ਉਹਨਾਂ ਲਈ ਕਾਮਨਾ ਕੀਤੀ, ਅਰਦਾਸ ਕੀਤੀ ਭਲੇ ਦੀ। ਕਿਉਂਕਿ ਭਗਤ ਕਬੀਰ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਰਗੀਆਂ ਮਹਾਨ ਹਸਤੀਆਂ ਜਾਣਦੀਆਂ ਨੇ ਕਿ ਇਹ ਸ਼ਬਦ ਕਿਸ ਪੱਧਰ ਚੋਂ, ਕਿਸ ਅਵਸਥਾ ਚੋਂ ਬੰਦਾ ਕੱਢਦਾ ਹੈ। ਜਿਹੜਾ ਸ਼ਬਦ ਹੁੰਦਾ ਹੈ ਨਾ, ਅਸੀਂ ਰਸਨਾ ਤੋਂ ਕੋਈ ਬਚਨ ਕਹਿੰਦੇ ਹਾਂ ਜਾਂ ਕੋਈ ਕਰਮ ਕਰਦੇ ਹਾਂ, ਉਹ ਸਾਡੇ ਅੰਤःਕਰਨ ਦੀ ਆਵਾਜ਼ ਹੁੰਦੀ ਹੈ। ਇਹਦਾ ਮਤਲਬ ਜੋ ਅਸੀਂ ਅੰਦਰੋਂ ਜਾਣਿਆ, ਜਿੱਥੇ ਅਸੀਂ ਅੰਦਰੋਂ ਖੜੇ ਹਾਂ, ਉਹੋ ਜਿਹੀ ਅਸੀਂ ਸ਼ਬਦ ਵਰਤਾਂਗੇ ਤੇ ਉਹੋ ਜਿਹੀ ਅਸੀਂ ਕਰਮ ਕਰਾਂਗੇ। ਉਹ ਕਰਮ ਸਾਡੇ ਅੰਦਰ ਦੀ ਤਸਵੀਰ ਹੈ। ਜਿਹੜਾ ਆਚਰਣ ਹੈ, ਜਿਹੜਾ ਵਿਹਾਰ ਹੈ ਦੂਜੇ ਦੇ ਪ੍ਰਤੀ, ਉਹ ਸਾਡੇ ਅੰਦਰ ਦੀ ਤਸਵੀਰ ਹੈ। ਕੋਈ ਬਚਨ ਜਦੋਂ ਅਸੀਂ ਕਹਿੰਦੇ ਹਾਂ ਤਾਂ ਉਸ ਵੇਲੇ ਸਾਡਾ ਮਨ, ਸਾਡੀ ਸੁਰਤ ਜਿਹੜੀ ਅਵਸਥਾ 'ਚ ਹੁੰਦੀ ਹੈ, ਉਸ ਅਵਸਥਾ ਨੂੰ, ਉਸ ਮਨੋਭਾਵ ਨੂੰ ਅਸੀਂ ਸ਼ਬਦ ਦੇ ਰਾਹੀਂ ਬਿਆਨ ਕਰਦੇ ਹਾਂ, ਬੋਲ ਕੇ ਬਿਆਨ ਕਰਦੇ ਹਾਂ। ਤੇ ਅਗਲਾ ਸਮਝ ਜਾਂਦਾ ਵੀ ਇਹ ਸੋਚ ਰਿਹਾ, ਇਹ ਫੀਲ ਕਰ ਰਿਹਾ, ਮਹਿਸੂਸ ਕਰ ਰਿਹਾ। ਉਸ ਵੇਲੇ ਜਿੱਥੇ ਸਾਡਾ ਮਨ ਖੜਾ ਹੈ, ਸਾਡੀ ਸੁਰਤ ਖੜੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਮਹਾਰਾਜ ਨੇ, ਭਗਤ ਕਬੀਰ ਜੀ ਮਹਾਰਾਜ ਨੇ ਜਦੋਂ ਇਹ ਬਚਨ ਸੁਣੇ ਤਾਂ ਮੁਸਕਰਾਏ, ਔਰ ਇਹ ਬਚਨ ਕਹਿਣ ਵਾਲਿਆਂ ਨੂੰ ਸਗੋਂ ਅਸੀਸ ਦਿੱਤੀ, ਉਹਨਾਂ ਲਈ ਭਲੇ ਦੀ ਕਾਮਨਾ ਕੀਤੀ। ਹੁਣ ਜ਼ਰੂਰ ਮਹਾਰਾਜ ਦੇ ਸਤ ਸੰਗੀ, ਕਬੀਰ ਜੀ ਮਹਾਰਾਜ ਦੇ ਸਤ ਸੰਗੀਆਂ ਨੇ ਪੁੱਛਿਆ ਤੇ ਹੋਏਗਾ ਕਿ ਤੁਸੀਂ ਇੰਨੇ ਮਹਾਨ ਪੁਰਖ ਹੋ, ਸਧਾਰਨ ਮਨੁੱਖ ਵੀ ਆਪਣੇ ਬਾਰੇ ਇਹੋ ਜਿਹੇ ਸ਼ਬਦ ਸੁਣਨਾ ਪਸੰਦ ਨਹੀਂ ਕਰਦਾ। ਤੁਸੀਂ ਤੇ ਬਹੁਤ ਉੱਚੇ ਜੀਵਨ ਦੇ ਮਾਲਕ ਹੋ, ਤੁਹਾਨੂੰ ਕੋਈ ਇਹੋ ਜਿਹੇ ਜਦੋਂ ਬਚਨ ਕਹਿੰਦਾ ਹੈ ਤਾਂ ਤੁਸੀਂ ਟਾਲ ਦਿੰਦੇ ਹੋ। ਤਾਂ ਉਹਦਾ ਜਵਾਬ ਇਹੀ ਹੈ ਵੀ ਕਹਿਣ ਵਾਲੇ ਨੂੰ ਨਹੀਂ ਪਤਾ ਵੀ ਉਹ ਕੀ ਬਚਨ ਕਹਿ ਰਿਹਾ। ਉਹਨੂੰ ਨਾ ਸੱਚ ਦਾ ਪਤਾ ਹੈ, ਨਾ ਝੂਠ ਦਾ ਪਤਾ ਹੈ। ਦੋਵਾਂ ਚੀਜ਼ਾਂ ਦੀ ਪਰਖ ਨਹੀਂ। ਹੁਣ ਵੇਖੋ ਨਾ, ਜਿਸ ਮਨੁੱਖ ਨੇ ਨਾ ਘੋੜਾ ਵੇਖਿਆ, ਨਾ ਹਾਥੀ ਵੇਖਿਆ, ਨਾ ਗਾਂ ਵੇਖੀ ਹੈ, ਨਾ ਮੱਝ ਵੇਖੀ ਹੈ, ਹੁਣ ਉਸ ਮਨੁੱਖ ਦੇ ਅੰਦਰ ਭੁਲੇਖਾ ਰਹੇਗਾ ਵੀ ਖੌਰੇ ਹਾਥੀ ਇਹੋ ਜਿਹਾ ਹੁੰਦਾ ਹੋਏਗਾ, ਆਹ ਚੀਜ਼ ਇਹੋ ਜਿਹੀ ਹੁੰਦੀ ਹੋਏਗੀ। ਜਿਹਨੇ ਦੇਖਿਆ ਹੀ ਨਹੀਂ, ਜਿਹਨੂੰ ਪਤਾ ਹੀ ਨਹੀਂ, ਨਾ ਉਹਦੇ ਕੋਈ ਤਸਵੀਰ ਵੇਖੀ, ਨਾ ਉਹਨੇ ਬਿਲਕੁਲ ਪ੍ਰਤੱਖ ਰੂਪ 'ਚ ਚੀਜ਼ਾਂ ਵੇਖੀਆਂ, ਨਾ ਹੀ ਉਹਨੇ ਚੰਗੀ ਤਰ੍ਹਾਂ ਸੁਣੀਆਂ ਹੀ ਵੀ ਇਹੋ ਜਿਹੀ ਸ਼ਕਲ ਹੁੰਦੀ। ਕਈ ਵਾਰ ਬੰਦਾ ਸੁਣ ਕੇ ਅੰਦਾਜ਼ਾ ਲਾ ਲੇ, ਕੱਖ ਵੀ ਨਹੀਂ, ਨਾ ਸੁਣਿਆ, ਨਾ ਪੜ੍ਹਿਆ, ਨਾ ਵੇਖਿਆ, ਨਾ ਕੋਈ ਮੂਰਤ ਜਾਂ ਤਸਵੀਰ ਵੇਖੀ। ਹੁਣ ਉਹਦੇ ਅੰਦਰ ਸਾਰੀਆਂ ਗੱਲਾਂ ਰਲ ਗੱਡ ਹੋਣਗੀਆਂ। ਉਹਦੇ ਸਾਹਮਣੇ ਘੋੜਾ ਆ ਜਾਏ ਤੇ ਉਹ ਹੋ ਸਕਦਾ ਕਹਿ ਦੇਵੇ ਇਹ ਹਾਥੀ ਹੈ, ਮੈਂ ਸੁਣਿਆ ਇੱਕ ਹਾਥੀ ਵੀ ਹੁੰਦਾ, ਕਿਉਂਕਿ ਉਹਨੂੰ ਉਹਦੇ ਅੰਦਰ ਇਮੈਜੀਨੇਸ਼ਨ ਵੀ ਨਹੀਂ ਉਸ ਚੀਜ਼ ਦੀ, ਕਲਪਨਾ ਵੀ ਨਹੀਂ ਉਸ ਚੀਜ਼ ਦੀ। ਕਲਪਨਾ ਵੀ ਕਿਸੇ ਚੀਜ਼ ਦੇ ਬੇਸ ਉੱਤੇ ਬੰਦਾ ਕਰ ਲੈਂਦਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਸ ਮਨੁੱਖ ਨੇ ਉਸ ਅਵਸਥਾ ਦੀ ਜਾਂ ਉਸ ਸੁਰਤ ਦੀ ਨੇੜਤਾ ਹੀ ਨਹੀਂ ਹਾਸਲ ਕੀਤੀ, ਜਾਂ ਜਿਹਦੇ ਅੰਦਰ ਇੰਨਾ ਖਿਆਲ ਵੀ ਨਹੀਂ ਪਵਿੱਤਰ, ਜਿਹਦੇ ਅੰਦਰ ਇੰਨੀ ਸੋਚ ਵੀ ਨਹੀਂ ਪਈ ਕਿਹੋ ਜਿਹਾ ਜੀਵਨ ਵੀ ਹੁੰਦਾ ਹੋਏਗਾ, ਉਹ ਜਦੋਂ ਕਬੀਰ ਜੀ ਮਹਾਰਾਜ ਨੂੰ ਸੁਣੇ, ਉਹਨਾਂ ਨੂੰ ਵੇਖੇ, ਤਾਂ ਉਹ ਕੀ ਆਖੇਗਾ? ਉਹਨੂੰ ਲੱਗੇਗਾ ਸਾਰੀ ਦੁਨੀਆ ਆਹ ਕੰਮ ਕਰਦੀ ਏ, ਕਬੀਰ ਜੀ ਆਹ ਆਖੀ ਜਾਂਦੇ ਨੇ। ਸਾਰੀ ਦੁਨੀਆ ਇੱਕ ਪਾਸੇ ਤੁਰੀ ਹੋਈ ਏ, ਕਬੀਰ ਜੀ ਮਹਾਰਾਜ ਇੱਕ ਪਾਸੇ ਤੁਰੇ ਹੋਏ ਨੇ। ਉਹਨੂੰ ਲੱਗੇਗਾ ਇੰਨੀ ਦੁਨੀਆ ਗਲਤ ਨਹੀਂ ਹੋ ਸਕਦੀ, ਜ਼ਰੂਰ ਕਬੀਰ ਜੀ ਗਲਤ ਰਾਹ ਤੇ ਤੁਰੇ ਰਹੇ।
ਜ਼ਰੂਰ ਉਹ ਗਲਤ ਰਸਤੇ ਤੇ। ਕਬੀਰ ਜੇ ਮਾਰਗ ਪੰਡਤ ਗਏ ਪਾਸ਼ੈ ਪਰੀ ਬਹੀਰ, ਇਹ ਕਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਉਹਨਾਂ ਲੋਕਾਂ ਦੇ ਅੰਦਰ ਇਸ ਕਸ਼ਮਕਸ਼ ਦੇ ਵਿੱਚੋਂ ਉਹਨਾਂ ਨੇ ਡਿਸਾਈਡ ਕਰ ਲਿਆ, ਬਹੁ ਗਿਣਤੀ ਜਿੱਧਰ ਚੱਲਦੀ ਏ ਇਹ ਸਹੀ ਏ। ਕਬੀਰ ਜੀ ਇਕੱਲੇ ਹੀ ਆ ਵੇਖੋ ਆਹ ਗੱਲ ਕਹਿ ਰਹੇ, ਸਾਰੀ ਦੁਨੀਆ ਆਹ ਕੰਮ ਕਰੀ ਜਾਂਦੀ ਏ। ਕਬੀਰ ਜੀ ਕਹਿੰਦੇ ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਹੁੰਦਾ। ਉਹਨਾਂ ਨੂੰ ਲੱਗਿਆ ਵੀ ਇਹ ਤਾਂ ਐਵੇਂ ਚੱਲਿਆਂ ਵਾਲੀਆਂ ਗੱਲਾਂ ਨੇ, ਹੋਰ ਕੋਈ ਕਰਦਾ ਇਹ ਗੱਲ, ਹੋਰ ਕੋਈ ਕਹਿੰਦਾ ਇਹ ਗੱਲ, ਇਕੱਲੇ ਕਬੀਰ ਜੀ। ਇਹ ਵਿਗੜੀਆਂ ਗੱਲਾਂ ਨੇ। ਵਿਗੜੀ ਗੱਲ ਆਪਾਂ ਕਿਹਨੂੰ ਕਹਿੰਦੇ? ਜਿਹੜੀ ਬਾਕੀ ਸਾਰੀ ਭੀੜ ਤੋਂ ਹਟ ਕੇ ਉਹ ਆਪਾਂ ਕਹਿੰਦੇ ਵਿਗੜੀ ਹੋਈ ਗੱਲ ਹੈ। ਇਹ ਤਾਂ ਬੜੀ ਅਚੰਭੇ ਦੀ ਗੱਲ ਹੈ, ਹੈਰਾਨੀ ਦੀ ਗੱਲ ਹੈ। ਤੋ ਕਬੀਰ ਜੀ ਮਹਾਰਾਜ ਉਸ ਭਾਵ ਨੂੰ ਵੀ ਇਸ ਸ਼ਬਦ ਵਿੱਚ ਬਿਆਨ ਕਰਦੇ ਨੇ। ਰਹਾਉ ਦੇ ਬੰਦ ਵਿੱਚ ਭਗਤ ਜੀ ਮਹਾਰਾਜ ਨੇ ਕਿਹਾ, ਕਹਿਣ ਲੱਗੇ ਬਿਗੜਿਓ ਕਬੀਰਾ ਰਾਮ ਦੁਹਾਈ। ਕਹਿੰਦੇ ਜਿਹੜੇ ਲੋਕ ਇਹ ਸਮਝਦੇ ਨਾ ਕਬੀਰ ਜੀ ਵਿਗੜ ਗਏ, ਭਾਵ ਸਾਰੀ ਦੁਨੀਆ ਇਸ ਪਾਸੇ, ਉਹ ਇਕੱਲੇ ਹੀ ਇਸ ਪਾਸੇ ਜਾ ਰਹੇ, ਭਾਈ ਮੈਂ ਉਹਨਾਂ ਨੂੰ ਕੇਵਲ ਦੱਸਣਾ ਚਾਹੁੰਦਾ, ਸਮਝਣਾ ਮੰਨਣਾ, ਇਸ ਗੱਲ ਨੂੰ ਜਾਣਨਾ ਇਹ ਉਹਨਾਂ ਦੀ ਮਰਜ਼ੀ ਹੈ, ਉਹਨਾਂ ਦੀ ਇੱਛਾ ਹੈ। ਪਰ ਮੈਂ ਆਪਣਾ ਪੱਖ ਦੱਸ ਦਿਆਂ ਵੀ ਇਹ ਵਿਗਾੜ ਜਿਹੜਾ ਹੈ ਨਾ, ਤੁਹਾਨੂੰ ਜਿਹੜੀ ਚੀਜ਼ ਵਿਗਾੜ ਲੱਗਦੀ ਹੈ, ਇਹ ਵਿਗਾੜ ਮੇਰੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਸਿਮਰ ਕੇ, ਰੱਬ ਦੇ ਨਾਂ ਦੀ ਦੁਹਾਈ ਦੇ ਕੇ, ਅਕਾਲ ਪੁਰਖ ਨੂੰ, ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰ ਕਰਕੇ, ਉਹਦਾ ਅਭਿਆਸ ਕਰ ਕਰਕੇ ਮੈਂ ਇਹ ਅਵਸਥਾ ਪਾਈ ਹੈ ਜਿਹਨੂੰ ਤੁਸੀਂ ਵਿਗਾੜ ਕਹਿੰਦੇ ਹੋ। ਇਹ ਵਿਗਾੜ ਪਰਮੇਸ਼ਰ ਦਾ ਦਿੱਤਾ ਹੋਇਆ, ਇਹ ਉਹਦੇ ਨਾਲ ਮਿਲ ਕੇ ਆਇਆ। ਮੇਰੀ ਜੇ ਅੰਤਰ ਆਤਮਾ ਦੀ ਤਸੀਰ ਝੂਠ ਤੋਂ ਸੱਚ ਵਾਲੀ ਹੋ ਗਈ ਹੈ ਤਾਂ ਇਹ ਪਰਮੇਸ਼ਰ ਦੀ ਨੇੜਤਾ ਕਰਕੇ ਹੈ। ਸਾਚ ਭਇਓ ਅਨਕਤੈ ਨ ਜਾਈ, ਮੇਰਾ ਹਿਰਦਾ ਹੁਣ ਸੱਚ ਰੂਪ ਹੋ ਗਿਆ, ਸੱਚ ਨੂੰ ਪ੍ਰਵਾਨ ਕਰ ਗਿਆ, ਸੱਚ ਵਿੱਚ ਇੱਕ ਸੁਰ ਹੋ ਗਿਆ, ਸੱਚ ਨੂੰ ਭਾਉਂਦਾ ਹੈ, ਸੱਚ ਨੂੰ ਚੰਗਾ ਲੱਗਦਾ ਹੈ। ਅਨਕਤੇ ਨਾ ਜਾਈ, ਉਸ ਸੱਚੇ ਪਰਮੇਸ਼ਰ ਨੂੰ ਛੱਡ ਕੇ ਹੁਣ ਮੇਰਾ ਹਿਰਦਾ ਹੋਰ ਪਾਸੇ ਨਹੀਂ ਭਟਕਦਾ, ਹੋਰਨਾਂ ਗੱਲਾਂ 'ਚ ਪਰਚਦਾ ਹੀ ਨਹੀਂ। ਮੈਨੂੰ ਉਹ ਗੱਲਾਂ ਕੱਚੀਆਂ ਲੱਗਦੀਆਂ ਨੇ, ਹੋਛੀਆਂ ਲੱਗਦੀਆਂ ਨੇ, ਥੋੜ ਵਿੱਤੀਆਂ ਲੱਗਦੀਆਂ ਨੇ। ਮੈਨੂੰ ਲੱਗਦਾ ਉਹਨਾਂ 'ਚ ਕੋਈ ਸੱਚ ਨਹੀਂ, ਉਹ ਸਭ ਹਨੇਰਾ ਢਾਉਣ ਵਾਲੀਆਂ ਖੇਡਾਂ ਨੇ। ਮੇਰਾ ਤਾਂ ਮਨ ਇੱਕ ਸੱਚ ਪਰਮੇਸ਼ਰ ਵਿੱਚ ਪਰਚਿਆ ਹੋਇਆ, ਜੋ ਕੱਲ੍ਹ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ 'ਚ ਵੀ ਰਹੇਗਾ, ਜੋ ਪ੍ਰਕਾਸ਼ ਰੂਪ ਹੈ, ਦੈਵੀ ਗੁਣ ਸੰਪੰਨ ਹੈ, ਸਿਰਜਕ ਹੈ, ਘਾਲਕ ਹੈ, ਪਾਲਕ ਹੈ, ਜਿਸ ਵਿੱਚ ਅਥਾਹ ਗੁਣ ਹੈ। ਔਰ ਮੇਰਾ ਵਿਗਾੜ ਕਿਵੇਂ ਦਾ? ਕਬੀਰ ਜੀ ਮਹਾਰਾਜ ਕਹਿੰਦੇ ਆਰੰਭ ਦੇ ਵਾਕ ਵਿੱਚ, ਕਹਿੰਦੇ ਗੰਗਾ ਕੈ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਕਹਿੰਦੇ ਜਿਵੇਂ ਕੋਈ ਛੋਟਾ ਜਿਹਾ ਵਾੜਾ ਵਹਿਣ ਵਗਦੀ ਹੋਈ ਗੰਗਾ ਦੇ ਵਿੱਚ ਆ ਕੇ ਰਲ ਜਾਂਦਾ ਹੈ ਤੇ ਉਹ ਗੰਗਾ ਦਾ ਰੂਪ ਹੋ ਜਾਂਦਾ ਹੈ। ਕਿਉਂਕਿ ਕਬੀਰ ਜੀ ਮਹਾਰਾਜ ਨੇ ਕਈ ਜਗ੍ਹਾ ਤੇ ਗੰਗਾ ਦੀ, ਨਦੀ ਦੀ ਉਦਾਹਰਣ ਦਿੱਤੀ ਹੈ। ਜਿਹੜੀ ਕਾਂਸ਼ੀ ਹੈ, ਜਿੱਥੇ ਕਬੀਰ ਜੀ ਮਹਾਰਾਜ ਪੈਦਾ ਹੋਏ, ਜਿੱਥੇ ਉਹਨਾਂ ਨੇ ਜ਼ਿੰਦਗੀ ਦਾ ਲੰਮਾ ਸਮਾਂ ਗੁਜ਼ਾਰਿਆ, ਉਹ ਵੀ ਬਿਲਕੁਲ ਨਦੀ ਦੇ, ਗੰਗਾ ਨਦੀ ਦੇ ਤੱਟ ਤੇ ਕੰਢੇ ਦੇ ਉੱਤੇ ਵਸਿਆ ਹੋਇਆ ਨਗਰ ਹੈ। ਗੰਗਾ 'ਚ ਇਸ਼ਨਾਨ ਕਰਨ ਨੂੰ ਪਵਿੱਤਰ ਸਮਝਿਆ ਜਾਂਦਾ ਹੈ, ਉਹਨੂੰ ਭਗੀਰਥੀ ਵੀ ਕਹਿੰਦੇ ਨੇ। ਸ਼ਿਵ ਦੀਆਂ ਜਟਾਵਾਂ ਦੇ ਵਿੱਚੋਂ ਪ੍ਰਗਟ ਹੋਈ ਗੰਗਾ, ਜਿਸ ਵਿੱਚ ਨਹਾਉਣ ਨਾਲ ਪਾਪ ਉਤਰ ਜਾਂਦੇ ਨੇ, ਐਸਾ ਖਿਆਲ ਪੁਜਾਰੀਆਂ ਨੇ ਪ੍ਰਚਾਰਿਆ। ਹੁਣ ਜਿਸ ਵੇਲੇ ਕੋਈ ਛੋਟਾ ਮੋਟਾ ਵਹਿਣ ਆ ਕੇ ਉਸ ਨਦੀ 'ਚ ਰਲ ਜਾਂਦਾ ਹੈ, ਤੇ ਉਹ ਨਿੱਕਾ ਜਿਹਾ ਵਹਿਣ ਵੀ ਨਦੀ 'ਚ, ਗੰਗਾ 'ਚ ਜਦੋਂ ਰਲ ਜਾਂਦਾ ਤੇ ਉਹ ਗੰਗਾ ਦਾ ਹੀ ਰੂਪ ਹੋ ਜਾਂਦਾ। ਕੋਈ ਉਹਨੂੰ ਇਹ ਥੋੜ੍ਹਾ ਕਹਿੰਦਾ ਵੀ ਆਹ ਇੰਨਾ ਕੁ ਪਾਣੀ ਇਹਦੇ 'ਚ ਫਲਾਨਾ ਰਲਿਆ, ਇਸ ਕਰਕੇ ਇਹਨੂੰ ਗੰਗਾ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ। ਆਪਾਂ ਕਈ ਵਾਰ ਵੇਖਦੇ ਹਾਂ, ਕਈ ਦਰਿਆ ਇਕੱਠੇ ਹੋ ਜਾਂਦੇ ਨੇ, ਦੋ ਨਦੀਆਂ ਆਪਸ 'ਚ ਰਲ ਗਈਆਂ, ਅੱਗੇ ਜਾ ਕੇ ਫਿਰ ਉਸ ਨਦੀ ਦਾ ਇੱਕੋ ਹੀ ਨਾਮ ਰੱਖ ਲਿਆ ਜਾਂਦਾ ਹੈ। ਉਹਨਾਂ ਦੋਵਾਂ ਦਾ ਪਾਣੀ ਆਪਸ ਵਿੱਚ ਰਲ ਜਾਂਦਾ ਹੈ ਤੇ ਉਹ ਇੱਕ ਬਣ ਜਾਂਦੀਆਂ ਨੇ। ਪਿੱਛੋਂ ਦੋ ਵਗ ਰਹੀਆਂ ਸਨ, ਅੱਗੇ ਜਾ ਕੇ ਉਹ ਇੱਕ ਹੋ ਗਈਆਂ। ਸੋ ਉਹ ਜਿਵੇਂ ਛੋਟਾ ਜਿਹਾ ਪਾਣੀ ਦਾ ਵਹਿਣ ਗੰਗਾ ਵਿੱਚ ਰਲ ਕੇ ਗੰਗਾ ਬਣ ਗਿਆ, ਤੇ ਉਸ ਪਾਣੀ ਦਾ ਰੂਪ ਬਦਲ ਗਿਆ, ਪਾਣੀ ਦਾ ਨਾਮ ਬਦਲ ਗਿਆ, ਪਿੱਛੇ ਉਹਦਾ ਕੋਈ ਹੋਰ ਨਾਂ ਰੱਖਿਆ ਹੋਏਗਾ ਨਦੀ ਦਾ, ਜਦੋਂ ਗੰਗਾ 'ਚ ਰਲ ਗਈ ਤੇ ਉਹ ਗੰਗਾ ਬਣ ਗਈ। ਕਬੀਰ ਜੀ ਕਹਿੰਦੇ ਨੇ ਮੇਰਾ ਵਿਗਾੜ ਕੁਝ ਇਸ ਤਰ੍ਹਾਂ ਦਾ ਹੈ ਭਾਈ, ਵੀ ਮੈਂ ਆਪਣਾ ਵੱਖਰਾ ਸੁਭਾਅ ਹੀ ਛੱਡ ਲਿਆ, ਮੈਂ ਪਰਮੇਸ਼ਰ ਵਾਹਿਗੁਰੂ ਦਾ ਸੁਭਾਅ ਅਡਾਪਟ ਕਰ ਲਿਆ, ਧਾਰਨ ਕਰ ਲਿਆ। ਫਿਰ ਅੱਗੇ ਕਹਿੰਦੇ ਨੇ ਚੰਦਨ ਕੈ ਸੰਗ
ਤਰਵਰ ਬਿਗੜਿਓ ਸੋ ਤਰਵਰ ਚੰਦਨ ਹੋਏ ਨਿਬਰਿਓ। 52 ਚੰਦਨ ਵੀ ਇਹਨੂੰ ਲਿਖਿਆ ਬਾਣੀ ਦੇ ਅੰਦਰ ਵੀ। ਭਾਈ ਗੁਰਦਾਸ ਜੀ ਵੀ ਇਹਨੂੰ 52 ਕੁੰਗਲਾਂ ਜਾਨੀ ਬੜਾ ਮਧਰਾ ਜਿਹਾ ਰੁੱਖ ਹੈ ਚੰਦਨ। ਸਭ ਤੋਂ ਮਹਿੰਗੀ ਲੱਕੜ ਇਹਦੀ ਤਸੀਰ ਠੰਡੀ ਹੈ, ਦਵਾਈਆਂ 'ਚ ਵਰਤਿਆ ਜਾਂਦਾ ਹੈ, ਸੁਗੰਧੀ ਲਈ ਵਰਤਿਆ ਜਾਂਦਾ ਹੈ। ਇਹਨੂੰ ਸੰਦਲ ਵੀ ਕਹਿੰਦੇ ਨੇ। ਬੜੀ ਮਹਿੰਗੀ ਲੱਕੜੀ ਇਸ ਦੀ ਵਿਕਦੀ ਹੈ ਔਰ ਬੜਾ ਸੁਗੰਧੀ ਵਾਲਾ ਹੈ, ਤਸੀਰ ਵੀ ਠੰਡੀ ਹੈ। ਇਹਦੇ ਨੇੜੇ ਨੇੜੇ ਜਿੰਨੇ ਕੁ ਬੂਟੇ ਹੋਣਗੇ ਜਾਂ ਰੁੱਖ ਹੋਣਗੇ ਉਹਨਾਂ ਵਿੱਚੋਂ ਵੀ ਕਈ ਵਾਰ ਇਹਦੀ ਸੁਗੰਧੀ ਆਉਣ ਲੱਗ ਪੈਂਦੀ। ਇੰਨੀ ਤੇਜ਼ ਪ੍ਰਭਾਵੀ ਸੁਗੰਧੀ ਹੈ, ਜਾਨੀ ਦੂਜੇ ਰੁੱਖ ਵੀ ਉਹਦੀ ਸੁਗੰਧੀ ਗ੍ਰਹਿਣ ਕਰ ਲੈਂਦੇ ਨੇ। ਇਹਦੀ ਇੰਨੀ ਤੇਜ਼ ਤਸੀਰ ਵਾਲੀ ਪ੍ਰਭਾਵਸ਼ਾਲੀ ਸੁਗੰਧ ਹੋਣ ਕਰਕੇ, ਸਮੈਲ ਹੋਣ ਕਰਕੇ। ਕਬੀਰ ਜੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਦੂਜੇ ਰੁੱਖਾਂ 'ਚੋਂ ਵੀ ਚੰਦਨ ਦੀ ਸੁਗੰਧ ਆਉਣ ਲੱਗ ਪੈਂਦੀ, ਉਹ ਚੰਦਨ ਰੂਪ ਮੰਨ ਲੈ ਜਾਂਦੇ ਨੇ। ਇਸੇ ਤਰ੍ਹਾਂ ਪਰਮੇਸ਼ਰ ਦਾ ਚਿੰਤਨ ਕਰਕੇ ਮੇਰੇ ਵਿੱਚੋਂ ਵੀ ਉਹਦੇ ਗੁਣਾਂ ਦੀ ਸੁਗੰਧੀ ਆਉਣ ਲੱਗ ਪਈ। ਹੁਣ ਇਹਨੂੰ ਤੁਸੀਂ ਵਿਗਾੜ ਕਹੋ ਜਾਂ ਕੁਝ ਹੋਰ ਕਹੋ, ਇਹ ਤਾਂ ਕਹਿਣ ਵਾਲੇ ਦੀ ਇੱਛਾ ਹੈ। ਫਿਰ ਅੱਗੇ ਕਹਿੰਦੇ ਨੇ ਪਾਰਸ ਕੈ ਸੰਗ ਤਾਂਬਾ ਬਿਗੜਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ। ਪਾਰਸ ਇੱਕ ਪੱਥਰ ਮੰਨਿਆ ਗਿਆ, ਪੁਰਾਣੇ ਵਿਚਾਰਵਾਨਾਂ ਦਾ ਇੱਕ ਖਿਆਲ ਹੈ। ਮਹਾਰਾਜ ਨੇ ਬਤੌਰ ਉਦਾਹਰਣ ਉਹਨੂੰ ਵਰਤਿਆ, ਐਜ਼ ਏ ਉਦਾਹਰਣ। ਕਹਿੰਦੇ ਨੇ ਪਾਰਸ ਪੱਥਰ 8 ਧਾਤਾਂ ਨੂੰ ਛੁਆ ਲਿਆ ਜਾਏ, 8 ਧਾਤਾਂ ਨੂੰ ਉਹ ਸੋਨੇ 'ਚ ਤਬਦੀਲ ਕਰ ਦੇਣ ਦੀ ਸਮਰੱਥਾ ਰੱਖਦਾ। ਮਹਾਰਾਜ ਨੇ ਕੇਵਲ ਉਦਾਹਰਣ ਇੱਕ ਪਹਿਲੂ ਸਾਨੂੰ ਸਮਝਾਉਣ ਲਈ ਬਾਣੀ 'ਚ ਉਹਦੀ ਉਦਾਹਰਣ ਜੋ ਪ੍ਰਚਲਿਤ ਹੈ ਉਹ ਵਰਤੀ। ਪਾਤਸ਼ਾਹ ਜੀ ਫਰਮਾਉਂਦੇ ਨੇ ਜਿਵੇਂ ਪਾਰਸ ਕੈ ਸੰਗ ਤਾਂਬਾ ਵਿਗੜਿਓ, ਜਿਵੇਂ ਪਾਰਸ ਪੱਥਰ ਨੂੰ ਛੂਹ ਕੇ ਤਾਂਬਾ ਵਿਗੜ ਜਾਂਦਾ ਹੈ, ਭਾਵ ਤਾਂਬਾ ਆਪਣਾ ਰੂਪ ਬਦਲ ਲੈਂਦਾ ਹੈ। ਸੋ ਤਾਂਬਾ ਕੰਚਨ ਹੋਏ ਨਿਬਰਿਓ, ਉਹ ਤਾਂਬਾ ਸੋਨਾ ਬਣ ਜਾਂਦਾ ਹੈ, ਆਪਣਾ ਸੁਭਾਅ ਆਪਣਾ ਰੂਪ ਸਾਰਾ ਕੁਝ ਬਦਲ ਲੈਂਦਾ ਹੈ। ਉਹਨੂੰ ਹੁਣ ਕੋਈ ਵਿਗਾੜ ਵੀ ਕਹਿ ਸਕਦਾ ਵੀ ਵੇਖੋ ਤਾਂਬੇ ਨੇ ਆਪਣੀ ਤਸੀਰ ਬਦਲ ਲਈ, ਆਪਣਾ ਰੂਪ ਬਦਲ ਲਿਆ, ਆਪਣਾ ਰੰਗ ਬਦਲ ਲਿਆ। ਛੋਇਆ ਕਿਹਦੇ ਨਾਲ? ਪਾਰਸ ਦੇ ਨਾਲ। ਪਾਰਸ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਉਹਦੇ ਗੁਣ, ਉਹਦਾ ਨਾਮ, ਉਹਦਾ ਚਿੰਤਨ। ਸੁਰਤ ਜਦੋਂ ਵਾਹਿਗੁਰੂ ਦੇ ਨਾਮ ਨਾਲ ਛੂਹ ਜਾਂਦੀ ਹੈ, ਉਹਦੇ ਸੰਪਰਕ ਵਿੱਚ ਆ ਜਾਂਦੀ ਹੈ, ਉਹਦੇ ਚਿੰਤਨ ਵਿੱਚ ਆ ਜਾਂਦੀ ਹੈ, ਤਾਂ ਸੁਰਤ ਅੰਦਰ ਪਰਿਵਰਤਨ ਹੋ ਜਾਂਦਾ ਹੈ। ਲੋਹੇ ਵਰਗੀ ਸੁਰਤ ਸੋਨੇ ਵਰਗੀ ਹੋ ਜਾਂਦੀ ਹੈ, ਭਾਵ ਮੈਲ ਛੱਡ ਦਿੰਦੀ ਹੈ, ਗੁਨਾਹ ਤਿਆਗ ਦਿੰਦੀ ਹੈ, ਪਾਪ ਅੰਦਰੋਂ ਛੱਡੇ ਜਾਂਦੇ ਨੇ। ਸੁਰਤ ਦੇ ਅੰਦਰ ਸੱਚੇ ਗੁਣਾਂ ਦਾ ਵਾਸ ਹੋ ਜਾਂਦਾ ਹੈ। ਸੁਰਤ ਦਾ ਬਦਲ ਜਾਣਾ ਹੀ ਧਰਮ ਹੈ, ਸੁਰਤ ਦਾ ਤਬਦੀਲ ਹੋ ਜਾਣਾ ਹੀ ਬੰਦਗੀ ਹੈ, ਇਹੀ ਇਬਾਦਤ ਹੈ। ਇਸ ਪਰਿਵਰਤਨ ਨੂੰ ਹੀ ਬੰਦਗੀ ਤੇ ਇਬਾਦਤ ਜਾਂ ਭਗਤੀ ਕਿਹਾ ਗਿਆ। ਸਰੀਰ ਤੇ ਉਹੀ ਰਹਿਣਾ, ਸਰੀਰ ਨੇ ਤਾਂ ਵਿਹਾਰ ਉਵੇਂ ਕਰਨਾ ਜਿਹੋ ਜੀ ਸੁਰਤ ਹੋਏਗੀ। ਤਾਂ ਕਬੀਰ ਜੀ ਕਹਿੰਦੇ ਭਾਈ ਇਸ ਹਿਸਾਬ ਨਾਲ ਤਾਂ ਤਾਂਬਾ ਜਦੋਂ ਕੰਚਨ ਸੋਨਾ ਬਣ ਗਿਆ ਤੇ ਉਹ ਸਮਝੋ ਵਿਗੜ ਗਿਆ। ਵਿਗੜਿਆ ਕੀ? ਰੂਪ ਬਦਲ ਗਿਆ, ਰੰਗ ਬਦਲ ਗਿਆ, ਤਸੀਰ ਬਦਲ ਗਈ, ਉਹਨੇ ਇੱਕ ਵੱਖਰਾ ਗੁਣ ਧਾਰਨ ਕਰ ਲਿਆ। ਤਾਂ ਕਬੀਰ ਜੀ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਜਿਹੜੀਆਂ ਮੈਂ ਉਦਾਹਰਨਾਂ ਦਿੱਤੀਆਂ ਨੇ ਭਾਈ, ਸੰਤਨ ਸੰਗ ਕਬੀਰਾ ਬਿਗੜਿਓ। ਸਤ ਸੰਗੀਆਂ ਦੀ ਸੋਬਤ ਵਿੱਚ ਬੈਠ ਕੇ, ਸਤ ਸੰਗੀਆਂ ਦੀ ਸੰਗਤ ਵਿੱਚ ਬੈਠ ਕੇ, ਰੱਬੀ ਪਿਆਰਿਆਂ ਦੀ ਨੇੜਤਾ ਵਿੱਚ ਆ ਕੇ, ਨੇਕ ਆਚਰਣ ਵਾਲਿਆਂ ਦਾ ਸੰਗ ਕਰਕੇ, ਉਹਨਾਂ ਕੋਲੋਂ ਚੰਗੇ ਗੁਣ, ਰੱਬੀ ਵਡਿਆਈ ਗ੍ਰਹਿਣ ਕਰ ਕਰਕੇ ਸੰਤਨ ਸੰਗ ਕਬੀਰਾ ਬਿਗੜਿਓ। ਕਬੀਰ ਵੀ ਬਦਲ ਗਿਆ, ਕਬੀਰ ਜੀ ਦੇ ਅੰਦਰ ਵੀ ਪਰਿਵਰਤਨ ਆ ਗਿਆ। ਤੇ ਕਬੀਰ ਜੀ ਨੂੰ ਪੁੱਛੀਏ, ਕਬੀਰ ਜੀ ਜਿਵੇਂ ਉਹ ਸਾਰੀਆਂ ਚੀਜ਼ਾਂ ਦਾ ਰੂਪ ਬਦਲ ਗਿਆ, ਤੁਸੀਂ ਕਿਹਦਾ ਰੂਪ ਹੋ ਗਏ? ਕਹਿੰਦੇ ਨੇ ਸੋ ਕਬੀਰ ਰਾਮੈ ਹੋਏ ਨਿਬਰਿਓ। ਕਹਿੰਦੇ ਨੇ ਉਹ ਕਬੀਰ ਹੁਣ ਰੱਬ ਦਾ ਰੂਪ ਹੋ ਗਿਆ। ਪਰਮੇਸ਼ਰ ਦਾ ਹੀ ਚਿੰਤਨ ਹੈ ਅੰਦਰ, ਸੁਰਤ ਹੁਣ ਰੱਬ ਨਾਲ ਇੱਕ ਸੁਰ ਹੋ ਗਈ। ਇਸ ਕਰਕੇ ਮੇਰਾ ਵੀ ਅੰਤਰਾਤਮਾ ਉਵੇਂ ਹੀ ਬਦਲ ਗਿਆ ਜਿਵੇਂ ਬਾਕੀ ਚੀਜ਼ਾਂ ਦੂਜੀਆਂ ਚੀਜ਼ਾਂ ਦੇ ਸੰਪਰਕ ਵਿੱਚ ਆਉਣ ਨਾਲ ਬਦਲ ਜਾਂਦੀ। ਸਾਹਿਬ ਸਤਿਗੁਰੂ ਕਿਰਪਾ ਕਰਨ, ਸ਼ਬਦ ਦਾ ਜੋ ਉਪਦੇਸ਼ ਹੈ ਸਾਡੇ ਸਭਨਾਂ ਦੇ ਮਨ ਹਿਰਦੇ ਵਿੱਚ ਵਸੇ। ਸੱਚੇ ਪਾਤਸ਼ਾਹ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।